ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਸ਼ਬਦਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ। 728 ਅੰਗ ਮਹਾਰਾਜ ਜੀ ਦੇ ਸ਼ਬਦਾਂ ਦੇ ਵਿਚਾਰ ਦੀ ਕਥਾ ਦੇ ਸਮਾਪਤ ਹੋਏ ਨੇ। 729 ਅੰਗ ਤੇ ਕਥਾ ਆਰੰਭ ਹੋ ਰਹੀ ਹੈ। ਗੁਰੂ ਬਾਬਾ ਜੀ ਭਰਮਣ ਕਰਦਿਆਂ ਸੰਸਾਰ ਦਾ ਸੱਜਣ ਠੱਗ ਦੇ ਕੋਲ ਪਹੁੰਚੇ ਨੇ। ਨਾ ਸੱਜਣ ਹੈ ਪਰ ਠੱਗੀਆਂ ਦੀ ਕਿਰਤ ਕਰਦਾ ਹੈ, ਔਰ ਠੱਗੀਆਂ ਦੀ ਕਿਰਤ ਕਰਦਿਆਂ ਲਿਬਾਸ ਧਰਮ ਦਾ ਰੱਖਦਾ। ਸਰੀਰ ਉੱਤੇ 12 ਤਿਲਕ ਲਗਾਏ ਹੋਏ ਨੇ, ਬਾਹਰੋਂ ਧਰਮੀ ਚਿੰਨ੍ਹ ਧਾਰਨ ਕੀਤੇ ਹੋਏ ਨੇ। ਲੋਕ ਆਉਂਦੇ ਜਾਂਦੇ ਨੂੰ ਧਰਮੀ ਵੇਖ ਕੇ ਇਹਦੇ ਘਰ ਠਹਿਰਦੇ ਨੇ। ਰਾਤ ਬਰਾਤੇ ਉਹਨਾਂ ਦਾ ਕਤਲ ਕਰਕੇ ਜੋ ਉਹਨਾਂ ਕੋਲ ਹੁੰਦਾ ਖੋਹ ਲੈਂਦਾ। ਜਗਤ ਗੁਰੂ ਬਾਬਾ ਜੀ ਜਦੋਂ ਇੱਥੇ ਪਹੁੰਚੇ ਤੇ ਸਤਿਗੁਰਾਂ ਨਾਲ ਵੀ ਇਹਨੇ ਇਹੀ ਬਿਰਤੀ ਧਾਰਨ ਕੀਤੀ। ਉਸ ਵਕਤ ਜਗਤ ਗੁਰੂ ਪਾਤਸ਼ਾਹ ਨੇ ਇਸ ਨੂੰ ਸੰਬੋਧਨ ਕਰਦਿਆਂ ਹੋਇਆਂ ਜੋ ਪਾਵਨ ਅੰਮ੍ਰਿਤ ਬਚਨ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ, ਉਹ ਇਹ ਪਾਵਨ ਅੰਮ੍ਰਿਤ ਬਚਨ ਰਾਗ ਸੂਹੀ ਵਿੱਚ ਸਤਿਗੁਰੂ ਜੀ ਨੇ ਉਚਾਰਿਆ। ਭਾਵੇਂ ਕਿ ਸ਼ਬਦ ਗੁਰਦੇਵ ਨੇ ਸੱਜਣ ਨੂੰ ਸੰਬੋਧਨ ਕਰਦਿਆਂ ਕਿਹਾ, ਪਰ ਇਹ ਸ਼ਬਦ ਸੰਸਾਰ ਦੇ ਹਰ ਇੱਕ ਪ੍ਰਾਣੀ ਮਾਤਰ ਲਈ ਸਾਂਝਾ ਹੈ। ਕਿਉਂਕਿ ਪਰਥਾਏ ਭਾਵੇਂ ਸੱਜਣ ਦੇ ਕਿਹਾ, ਪਰ ਹੈ ਸਾਰਿਆਂ ਵਾਸਤੇ। ਸਰਵਣ ਕਰੀਏ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ। ਘਰ ਛੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਹੈ ਔਰ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ। ਘਰ ਛੇਵੇਂ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੰਗਲਾਚਰਨ ਕਰਦੇ ਨੇ ਵਾਹਿਗੁਰੂ ਇੱਕ ਹੈ ਓੰਕਾਰ, ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤਰਈ ਕਾਲ ਸਤ ਹੈ ਔਰ ਗੁਰ ਚੇਤਨ ਸਵਰੂਪ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਉਜਲ ਕਹਿਆ ਚਿਲਕਣਾ ਘੋਟਮ ਕਾਲੜੀ ਮਸ। ਪਾਤਸ਼ਾਹ ਕਹਿੰਦੇ ਸੱਜਣਾ, ਕੰਮ ਸੱਜਣਾ ਵਾਲੇ ਕਰੀਦੇ ਨੇ, ਨਾ ਤੇਰਾ ਸੱਜਣ ਹੈ। ਇਹ ਠੱਗਾਂ ਵਾਲੇ ਕੰਮ ਕਿਉਂ ਕਰਦਾ? ਬਾਹਰੋਂ ਤੂੰ ਸੱਜਣਾ ਵਾਲਾ ਲਿਬਾਸ ਬਣਾਇਆ ਹੈ, ਧਰਮੀ ਲਿਬਾਸ ਹੈ, ਸਰੀਰ ਤੇ ਤਿਲਕ 12 ਲਾਏ ਹੋਏ ਨੇ, ਪਰ ਕਰਮ ਬੜੇ ਮਾੜੇ ਕਰ ਰਿਹਾ। ਸੱਜਣਾ ਏਦਾਂ ਜਾਪਦਾ ਹੈ ਵੀ ਤੇਰੀ ਹਾਲਤ, ਤੇਰੀ ਦਸ਼ਾ ਉਸ ਕਹਿ ਦੇ ਭਾਂਡੇ ਵਾਂਗੂ ਹੈ ਜਿਹੜਾ ਵੇਖਣ ਨੂੰ ਬੜਾ ਉਜਲ ਤੇ ਚਿਲਕਣਾ ਜਿਹਾ ਹੁੰਦਾ, ਚਮਕਦਾਰ। ਉਸ ਚਮਕਣੇ ਤੇ ਚਿਲਕਣੇ ਕਹਿ ਦੇ ਭਾਂਡੇ ਨੂੰ ਜਦੋਂ ਕੋਈ ਘੋਟਮ ਰਗੜਦਾ ਹੈ ਤਾਂ ਉਹਦੇ ਚੋਂ ਕਾਲਖ ਨਿਕਲਦੀ ਹੈ। ਘੋਟਮ ਕਾਲੜੀ ਮਸ, ਕਾਲੇ ਰੰਗ ਦੀ ਸ਼ਾਹੀ ਉਹਨੂੰ ਰਗੜਦਿਆਂ ਉਹਦੇ ਚੋਂ ਨਿਕਲਦੀ ਜਦੋਂ ਉਹਨੂੰ ਮਾਂਜਿਆ ਜਾਂਦਾ, ਜਿਹੜਾ ਕਹਿ ਦਾ ਭਾਂਡਾ ਹੁੰਦਾ।
ਤੇਰੀ ਦਸ਼ਾ ਉਸੇ ਕਹਿ ਦੇ ਭਾਂਡੇ ਵਾਂਗੂ ਹੈ। ਵੇਖਣ ਨੂੰ ਬਾਹਰੋਂ ਤੂੰ ਧਰਮੀ ਲੱਗਦਾ, ਚਿਲਕਣਾ ਬੜਾ ਸੋਹਣਾ ਉਜਵਲ, ਪਰ ਅੰਦਰ ਤੇਰੇ ਪਾਪ ਕਰਮਾਂ ਦੀ ਮੈਲ ਭਰੀ ਹੋਈ ਹੈ, ਕਾਲਖ ਭਰੀ ਹੋਈ ਹੈ। ਭੈੜੇ ਤੇ ਮਾੜੇ ਕਰਮ ਕਰ ਕਰਕੇ ਤੇਰਾ ਅੰਤःਕਰਣ ਮੈਲਾ ਹੋ ਰਿਹਾ। ਜਦੋਂ ਰਗੜੀਏ ਤੇ ਅੰਦਰੋਂ ਸਵਾਏ ਪਾਪਾਂ ਦੀ ਕਾਲਖ ਤੋਂ ਕੁਝ ਨਹੀਂ ਨਿਕਲਦਾ। ਬਾਹਰੋਂ ਲਿਬਾਸ ਧਰਮੀ, ਬਾਹਰੋਂ ਭੇਖ ਧਰਮੀ, ਤੇਰੀ ਦਸ਼ਾ ਕਹਿ ਦੇ ਭਾਂਡੇ ਵਾਂਗੂ। ਭਾਵੇਂ ਕਿ ਹੁਣ ਇਹ ਧਾਤਾਂ ਆਮ ਕਰਕੇ ਬਰਤਨ ਘਰਾਂ ਵਿੱਚ ਨਹੀਂ ਰਹੇ, ਨਾ ਪਿੱਤਲ ਦੇ ਨਾ ਕਹਿ ਦੇ, ਸਮੇਂ ਦੇ ਬਦਲਾਵ ਨਾਲ ਇਹ ਬਦਲ ਗਏ। ਇਸ ਕਰਕੇ ਕਈ ਵਾਰ ਜਦੋਂ ਇਹ ਪੁਰਾਣੀਆਂ ਉਦਾਹਰਣਾਂ ਪ੍ਰਮਾਣ ਗੁਰਬਾਣੀ ਵਿੱਚ ਆਉਂਦੇ ਨੇ ਤੇ ਸਾਡੀ ਮੱਤ ਵਿੱਚ ਪੂਰਨ ਤੌਰ ਤੇ ਸਾਨੂੰ ਸਮਝ ਨਹੀਂ ਪੈਂਦੇ। ਉਜਲ ਕਹਿਹਾ ਚਿਲਕਣਾ, ਬਿਲਕੁਲ ਉਸੇ ਤਰ੍ਹਾਂ ਵਾਂਗੂ, ਉਸ ਕਹਿ ਦੇ ਭਾਂਡੇ ਵਾਂਗੂ ਉਜਵਲ ਵੀ ਹੈ ਤੇ ਚਿਲਕਣਾ ਜਾਂ ਚਮਕਦਾਰ ਵੀ ਹੈ। ਤੂੰ ਧਰਮੀ ਲਿਬਾਸ ਹੈ ਤੇਰੇ ਤੇ, ਪਰ ਜਿਵੇਂ ਉਹਨੂੰ ਰਗੜਦਿਆਂ ਵਿੱਚੋਂ ਮੈਲ ਤੇ ਕਾਲੀ ਸ਼ਾਹੀ ਨਿਕਲਦੀ ਹੈ, ਤਿਵੇਂ ਤੇਰੇ ਅੰਦਰ ਵੀ ਪਾਪ ਕਰਮਾਂ ਦੀ ਕਾਲਖ ਭਰੀ ਹੋਈ ਹੈ। ਤੋਤਿਆਂ ਝੂਠ ਨਾ ਉਤਰੈ, ਜੇ ਸੋ ਧੋਵਾ ਤਿਸ। ਕਹਿੰਦੇ ਜੇ ਧੋਈ ਜਾਈਏ ਉਸ ਭਾਂਡੇ ਨੂੰ, ਧੋਈ ਜਾਈਏ ਧੋ ਧੋ ਕੇ, ਉਸ ਦੀ ਝੂਠ ਨਹੀਂ ਉਤਰਦੀ। ਭਾਵੇਂ ਸੈਂਕੜੇ ਵਾਰੇ ਧੋ ਲਈਏ ਉਹਨੂੰ, 100 ਮਤਲਬ ਸੈਂਕੜੇ ਵਾਰ ਕਿਉਂ ਨਾ ਧੋ ਲਈਏ ਭਾਵੇਂ। ਇਸੇ ਤਰ੍ਹਾਂ ਜਿੰਨੀ ਪਾਪ ਕਰਮਾਂ ਦੀ ਮੈਲ ਸੱਜਣ ਜੀ ਤੁਹਾਡੇ ਹਿਰਦੇ ਨੂੰ ਲੱਗੀ ਹੋਈ ਆ, ਠੱਗੀਆਂ ਕਰ ਕਰਕੇ, ਪਾਪ ਕਰ ਕਰਕੇ, ਇਹਨੂੰ ਜੇ ਧੋਣਾ ਚਾਹੋ ਤੇ ਧੋਤਿਆਂ ਨਹੀਂ ਧੁੱਪਣੀ। ਭਾਵੇਂ ਸੈਂਕੜੇ ਵੇਰੀ ਧੋਈ ਜਾਓ, ਇੰਨੇ ਪਾਪ ਕੀਤੇ ਨੇ ਤੁਸਾਂ ਨੇ। ਕਿੰਨੇ ਕੁ ਬੰਦਿਆਂ ਦਾ ਕਤਲ ਕੀਤਾ ਹੋਣਾ, ਕਿੰਨਿਆਂ ਕੁ ਨੂੰ ਠੱਗਿਆ ਹੋਣਾ, ਕਿੰਨਿਆਂ ਕੁ ਨੂੰ ਮਾਰਿਆ ਹੋਣਾ। ਲਿਬਾਸ ਬਾਹਰੋਂ ਧਰਮੀ ਰੱਖਿਆ ਵੀ ਲੋਕ ਵੇਖ ਕੇ ਆਉਣਗੇ ਵੀ ਇਹ ਤਾਂ ਧਰਮੀ ਬੰਦਾ ਹੈ। ਜਿੰਨੀ ਪਾਪ ਕਰਮਾਂ ਦੀ ਮੈਲ ਤੁਹਾਡੇ ਅੰਦਰ ਲੱਗੀ ਹੋਈ ਆ ਸੱਜਣ ਜੀ, ਉਹ ਧੋਤਿਆਂ ਨਹੀਂ ਉਤਰਨੀ। ਭਾਵੇਂ ਉਹਨੂੰ ਸੈਂਕੜੇ ਵੇਰੀ ਵੀ ਧੋ ਲਿਆ ਜਾਵੇ। ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ। ਅਸਲ ਵਿੱਚ ਤੇਰਾ ਨਾਂ ਸੱਜਣ ਹੈ, ਤੇ ਸੱਜਣ ਸੱਜਣ ਉਹ ਹੁੰਦਾ ਜਿਹੜੇ ਨਾਲ ਚੱਲਦੇ ਨੇ। ਜਿਹੜੇ ਨਾਲ ਚੱਲਣ ਉਹ ਸੱਜਣ ਹੁੰਦੇ ਨੇ, ਉਹ ਤੇਰੇ ਕਰਮ ਨੇ, ਉਹੀ ਨਾਲ ਚੱਲਣੇ ਆ। ਸੱਜਣ ਜਿਹੜੇ ਚੰਗੇ ਕਰਮ ਨੇ, ਚੰਗੇ ਪੁੰਨ ਕਰਮ ਨੇ, ਭਲੇ ਕਰਮ ਨੇ, ਸ਼ੁਭ ਗੁਣ ਨੇ, ਉਹ ਸ਼ੁਭ ਗੁਣ ਨੇ ਜਿਹੜੇ ਤੇਰੇ ਨਾਲ ਚੱਲਣੇ ਆ, ਉਹੀ ਤੇਰੇ ਸੱਜਣ ਨੇ। ਕੱਲਾ ਨਾਂ ਸੱਜਣ ਧਰਾਣ ਦੇ ਨਾਲ ਸੱਜਣ ਨਹੀਂ ਹੋ ਜਾਈਦਾ। ਸੱਜਣ ਤਾਂ ਉਹ ਹੁੰਦਾ ਜਿਹੜਾ ਨਾਲ ਚੱਲੇ। ਹਾਂਜੀ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਕਹਿੰਦੇ ਸੱਜਣ ਉਹ ਨੇ ਜਿੱਥੇ ਲੇਖਾ ਮੰਗਿਆ ਜਾਣਾ ਤੇ ਨਾਲ ਖੜੇ ਹੋਏ ਦਿਸਣ ਵੀ ਹਾਂ ਜੀ ਅਸੀਂ ਇਹਦੇ ਨਾਲ ਆ, ਗਵਾਹੀ ਭਰਨ। ਉਹ ਸੱਜਣ ਹੁੰਦੇ ਆ ਸੱਜਣ ਜਿਹੜੇ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਨਾਲ ਨਿਭਣ, ਤੇ ਇਹੋ ਜਿਹਾ ਸੱਜਣ ਗੁਰੂ ਹੈ। ਜਿੱਥੇ ਲੇਖਾ ਮੰਗਿਆ ਜਾਵੇ ਤੇ ਨਾਲ ਖੜਾ ਦਿਸੇ ਤੇ ਆਖੇ ਮੇਰਾ ਇਹਦਾ ਕੋਈ ਲੇਖਾ ਨਹੀਂ, ਤੇ ਫਿਰ ਵੇਖਦਿਆਂ ਧਰਮ ਰਾਏ ਵੀ ਆਖੇ ਲਓ ਮਹਾਰਾਜ ਇਹਦੇ ਲੇਖੇ ਦੇ ਕਾਗਜ਼ ਪਾੜ ਦਿੱਤੇ ਨੇ। ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਜਿੱਥੇ ਲੇਖਾ ਮੰਗਿਆ ਜਾਏ ਤੇ ਉੱਥੇ ਨਾਲ ਖੜਾ ਦਿਸੇ, ਉਹ ਸੱਜਣ ਹੈ। ਰਹਾਉ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ। ਵੱਡੇ ਵੱਡੇ ਕੋਠੇ ਮੰਡਪ ਮਹਿਲ ਮਾੜੀਆਂ ਉਸਾਰੀਆਂ ਜਾਂਦੀਆਂ ਨੇ, ਪਾਸੋਂ ਆਲੇ ਦੁਆਲਿਓਂ
ਕਈ ਤਰ੍ਹਾਂ ਦੀਆਂ ਚਿੱਤਰਕਾਰੀਆਂ ਉਹਨਾਂ ਤੇ ਕੀਤੀਆਂ ਹੁੰਦੀਆਂ ਹਨ। ਸੋਹਣੇ ਮੰਡਪ, ਸੋਹਣੇ ਮਹਿਲ, ਸੋਹਣੀਆਂ ਮਾੜੀਆਂ, ਸੋਹਣੇ ਘਰ ਬਣਾਏ ਹੋਣ ਔਰ ਪਾਸੋਂ ਚਾਰੇ ਪਾਸਿਓਂ ਉਹਨੂੰ ਚਿਤਵਿਆ ਹੋਵੇ, ਯਾਨੀ ਕਿ ਸੋਹਣੀਆਂ ਮੀਨਾਕਾਰੀਆਂ ਕੀਤੀਆਂ ਹੋਣ। ਢੱਠੀਆਂ ਕੰਮ ਨ ਆਵਨੀ ਵਿੱਚੋਂ ਸਖਣੀਆਂ। ਜੇ ਉਹ ਮਹਿਲ ਮਾੜੀਆਂ, ਜੇ ਉਹ ਬਣੇ ਹੋਏ ਮਕਾਨ ਅੰਦਰੋਂ ਖਾਲੀ ਨੇ ਨਾ, ਤੇ ਉਹ ਢੱਠ ਜਾਂਦੇ ਨੇ ਛੇਤੀ, ਤੇ ਫਿਰ ਉਹ ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ। ਕੋਈ ਨਵਾਂ ਮਕਾਨ ਬਣਾ ਕੇ ਉਹਨੂੰ ਬੰਦ ਕਰ ਛੱਡੇ, ਕੋਈ ਉਹਨਾਂ ਵਿੱਚ ਰਹੇ ਹੀ ਨਾ, ਭਾਵੇਂ ਬਿਲਕੁਲ ਹੀ ਨਵਾਂ ਹੋਵੇ, ਸਾਲ 2 ਸਾਲਾਂ ਦੇ ਵਿੱਚ ਹੀ ਉਹ ਢੱਠ ਜਾਂਦਾ, ਉਹਦੇ 'ਚ ਤਰੇੜਾਂ ਪੈ ਜਾਂਦੀਆਂ ਨੇ। ਜਦੋਂ ਉਹਦੇ 'ਚ ਕਿਸੇ ਨੇ ਰਹਿਣਾ ਨਹੀਂ, ਉਹਦੀ ਕੋਈ ਸੰਭਾਲ ਨਹੀਂ ਹੋਣੀ। ਦੂਜਾ ਅਰਥ ਏਦਾਂ ਵੀ ਕਰਦੇ ਨੇ ਮਹਾਂਪੁਰਸ਼ ਕਿ ਜੇ ਬਣੇ ਹੋਏ ਮਹਿਲ ਮਾੜੀਆਂ ਸੋਹਣੇ ਚਿਤਵੇ ਹੋਣ, ਉਹਨਾਂ ਵਿੱਚ ਕੋਈ ਰਹਿੰਦਾ ਨਾ ਹੋਵੇ, ਤਾਂ ਫਿਰ ਉਹ ਢੱਠਿਆਂ ਦੇ ਬਰਾਬਰ ਹੀ ਨੇ, ਉਹ ਕਿਸੇ ਕੰਮ ਹੀ ਨਹੀਂ ਆਏ। ਜੇ ਕਿਸੇ ਦੇ ਰਹਿਣ ਦੇ ਕੰਮ ਹੀ ਨਹੀਂ ਆਏ ਤੇ ਫਿਰ ਉਹ ਢੱਠਿਆਂ ਦੇ ਹੀ ਬਰਾਬਰ ਨੇ ਨਾ, ਵੀ ਢਏ ਹੋਏ ਮਕਾਨਾਂ ਦੇ ਬਰਾਬਰ ਹੀ ਨੇ, ਵਿਅਰਥ ਨੇ। ਇਨਵੇਂ ਇਸੇ ਤਰ੍ਹਾਂ ਤੂੰ ਬਾਹਰੋਂ ਬੜਾ ਸੋਹਣਾ ਸਰੀਰ ਬਣਾਇਆ, ਲਿਬਾਸ ਸੋਹਣਾ ਧਰਮੀ ਪਾਇਆ, ਤਿਲਕ ਲਾਏ ਨੇ, ਬੜੀ ਸੋਹਣੀ ਮੰਡਪ ਮਾੜੀ ਬਣਾਈ ਹੈ, ਇਹ ਮਹਿਲ ਬਣਾਇਆ, ਪਰ ਅੰਦਰ ਸ਼ੁਭ ਗੁਣ ਨਹੀਂ ਵਸਦੇ। ਇਸ ਕਰਕੇ ਢੱਠੇ ਹੋਏ ਸਰੀਰ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਇਹ ਵਿਅਰਥ ਹੀ ਹੈ ਸਭ ਕੁਝ ਜੋ ਤੂੰ ਕਰ ਰਿਹਾ। ਜੇ ਅੰਦਰ ਸ਼ੁਭ ਗੁਣ ਹੀ ਨਹੀਂ ਵਸਦੇ, ਤੂੰ ਅੰਦਰੋਂ ਸ਼ੁਭ ਗੁਣਾਂ ਦਾ ਧਾਰਨੀ ਨਹੀਂ ਹੋਇਆ, ਤੇ ਫਿਰ ਇਹ ਢੱਠਿਆ ਹੋਇਆ ਹੈ, ਇਹ ਢੱਠਿਆ ਹੋਇਆ ਮਕਾਨ ਹੈ ਜਿਹੜਾ ਕਿਸੇ ਕੰਮ ਨਹੀਂ ਆਉਣਾ। ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ। ਬਗਲਾ ਚਿੱਟੇ ਰੰਗ ਦੇ ਕੱਪੜੇ ਹੁੰਦੇ ਆ, ਉਹਦੇ ਚਿੱਟੇ ਰੰਗ ਦਾ ਸਫੇਦ ਹੁੰਦਾ ਬਗਲਾ, ਰਹਿੰਦਾ ਵੀ ਤੀਰਥਾਂ ਦੇ ਵਿੱਚ, ਐਨ ਤੀਰਥਾਂ ਦੇ ਵਿੱਚ, ਪਾਣੀ ਵਿੱਚ ਹੀ ਫਿਰਦਾ ਉਹ, ਚਿੱਟੇ ਰੰਗ ਦੇ ਉਹਦੇ ਕੱਪੜੇ, ਬੱਗਾ ਹੈ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਨ। ਪਰ ਕੰਮ ਕੀ ਕਰਦਾ? ਤੀਰਥਾਂ ਤੇ ਰਹਿ ਕੇ ਘੁੱਟ ਘੁੱਟ ਜੀ ਖਾਣੇ, ਡੱਡੀਆਂ ਮੱਛੀਆਂ ਖਾਣੀਆਂ, ਵੀ ਉਹ ਬੱਗੇ ਹੁੰਦੇ ਆ। ਫਿਰ ਬੱਗੇ ਮਤਲਬ ਉਜਵਲ ਹੁੰਦੇ ਨੇ, ਇਦਾਂ ਦੇ ਕੇਵਲ ਬਾਹਰੋਂ ਉਜਵਲ ਹੋਣ ਨਾਲ ਤਾਂ ਨਹੀਂ ਉਜਵਲ ਹੋ ਗਏ ਉਹ। ਇਸੇ ਤਰ੍ਹਾਂ ਸੱਜਣਾ, ਤੇਰੀ ਬਿਰਤੀ ਵੀ ਉਸ ਬਗਲੇ ਵਾਂਗੂ ਹੈ। ਬਣਾਈ ਤੂੰ ਧਰਮਸ਼ਾਲਾ ਹੋਈ ਹੈ, ਇੱਕ ਪਾਸੇ ਮੰਦਿਰ ਵੀ ਬਣਾ, ਇੱਕ ਪਾਸੇ ਮਸੀਤ ਵੀ ਬਣਾਈ ਹੋਈ ਘਰ 'ਚ, ਵੀ ਮੈਂ ਤਾਂ ਬੜਾ ਧਰਮੀ ਆ। ਬਗਲਿਆਂ ਵਾਂਗੂ ਚਿੱਟੇ ਰੰਗ ਦੇ ਕੱਪੜੇ ਉਜਵਲ, ਯਾਨੀ ਕਿ ਸੋਹਣੀਆਂ ਪੁਸ਼ਾਕਾਂ ਧਰਮੀ ਧਾਰਨ ਕੀਤੀਆਂ ਹੋਈਆਂ, ਪਰ ਅੰਦਰੋਂ ਘੁੱਟ-ਘੁੱਟ ਜੀ ਖਾਨਾ, ਕਤਲ ਕਰ ਕਰਕੇ, ਠਗੀਆਂ ਕਰ ਕਰ ਖਾਨਾ। ਏਦਾਂ ਬੱਗੇ ਨਹੀਂ ਹੋ ਜਾਈਦਾ, ਏਦਾਂ ਉਜਵਲ ਨਹੀਂ ਹੋ ਜਾਈਦਾ। ਹਾਂਜੀ, ਸਿਮਲ ਰੁਖ ਸਰੀਰ ਮੈਂ ਜੰਦੇਕ ਭੁਲਾਨ। ਸਿੰਬਲ ਦੇ ਦਰਖਤ ਵਾਂਗੂ ਤੈਨੂੰ ਵੇਖ ਕੇ ਨਾ, ਵੀ ਬੜਾ ਧਰਮੀ ਹੋਣਾ, ਬੜਾ ਉੱਚਾ ਲੰਮਾ ਆਕਾਰ ਹੈ ਸਿੰਬਲ ਦੇ ਦਰਖਤ ਦਾ। ਵਿਚਾਰਾ ਜਿਹੜਾ ਤੋਤਾ ਹੁੰਦਾ ਹੈ, ਉਹ ਭੱਜ ਕੇ ਜਾਂਦਾ ਉਹਨੂੰ ਵੇਖਣ ਲਈ, ਵੀ ਉੱਤੇ ਫਲ ਲੱਗੇ ਨੇ, ਖਾਵਾਂ। ਪਰ ਅੱਗੇ ਦੱਸਦੇ ਨੇ, ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ। ਪਰ ਉਸ ਸਿੰਬਲ ਤੇ ਲੱਗੇ ਹੋਏ ਫਲ ਉਸ ਤੋਤੇ ਦੇ ਕੰਮ ਨਹੀਂ ਆਉਂਦੇ, ਉਹ ਖਾਣ ਵਿੱਚ ਨਹੀਂ ਆਉਂਦੇ। ਲੱਗੇ ਤਾਂ ਹੁੰਦੇ ਨੇ ਪਰ ਉਹ ਕੰਮ ਨਹੀਂ ਆਉਂਦੇ। ਇਨ ਬਿਨ ਤੈਨੂੰ ਵੀ ਸਿੰਬਲ ਵਾਂਗੂ ਵੇਖ ਕੇ ਵੀ ਉਜਵਲ ਹੈ, ਸੋਹਣੇ ਕੱਪੜੇ ਪਾਏ ਧਰਮੀ, ਸੋਹਣੀ ਧਰਮਸ਼ਾਲਾ ਬਣਾਈ ਹੋਈ, ਕਹਿੰਦੇ ਵੇਖ ਕੇ ਤੋਤਿਆਂ ਵਾਂਗੂ ਜਨ ਆ ਗਏ ਭੁਲੇਖੇ ਨਾਲ, ਵੀ ਇਹ ਫਲ ਲੱਗੇ ਹੋਏ ਨੇ ਇਹਨੂੰ, ਪਰ ਤੇਰੇ ਫਾਲਾ ਬਾਹਰ ਦੇ ਇਹ ਕਿਸੇ ਕੰਮ ਨਹੀਂ ਆਏ। ਅਸਮਾਦਾਸੀ ਜੀਵਾਂ ਦੇ ਵਿੱਚ ਜਿਹੜੇ ਔਗਣ ਹੁੰਦੇ ਨੇ, ਉਹਨਾਂ ਔਗਣਾਂ ਨਾਲ ਸੱਜਣਾ ਤੂੰ ਭਰਿਆ ਪਿਆ ਹੈ। ਉਹ ਔਗਣ ਸਾਰੇ ਤੇਰੇ ਵਿੱਚ ਨੇ, ਉਹ ਗੁਨਾਹ, ਉਹ ਖਾਮੀਆਂ ਸਾਰੀਆਂ ਤੇਰੇ ਵਿੱਚ ਨੇ। ਤੇ ਗੁਣ ਮੈਂ ਤਨ ਹਨ, ਇੱਥੇ ਮੈਂ ਤਨ ਹਨ ਵਿੱਚ ਆਪਣੇ ਆਪ ਨੂੰ ਸ਼ਮੂਲੀਅਤ ਕਰਕੇ ਨਾ, ਵੀ ਅਸਮਾਦ ਜੈਸੇ ਜੀਵਾਂ ਦੇ ਅੰਦਰ ਔਗਣ ਭਰੇ ਹੋਏ ਨੇ, ਵੇਖਣ ਨੂੰ ਸਿੰਬਲ ਵਾਂਗੂ ਲੱਗਦੇ ਬੜੇ ਉੱਚੇ, ਯਾਨੀ ਕਿ ਤੇਰੇ ਵਿੱਚ ਔਗਣ ਨੇ ਸੱਜਣਾ। ਇਹਨਾਂ ਔਗਣਾਂ ਦੇ ਨਾਲ ਤੂੰ ਭਰਿਆ ਹੋਇਆ।
ਔਂਗਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਸੱਜਣਾ ਤੂੰ ਅੰਨਿਆਂ ਵਾਂਗੂ ਭਾਰ ਬੜਾ ਚੁੱਕੀ ਜਾਣਾ, ਸਿਰ ਉੱਤੇ ਪੰਡਾਂ ਬੰਨੀ ਜਾਣਾ ਪਾਪ ਦੀਆਂ, ਤੇ ਹੈ ਵੀ ਅੰਨਾ। ਤੇ ਸੱਜਣਾ ਲੰਮਾ ਪੈਂਡਾ ਬੜਾ ਲੰਮੇਰਾ, ਤੇ ਟੁਰਨਾ ਉਹਦੇ ਤੇ ਤੈਨੂੰ ਕੱਲਿਆਂ ਹੀ ਪੈਣਾ। ਇੱਕ ਅੰਨਾ ਉੱਤਾ ਦੂਜੋਂ ਪੰਡਾਂ ਭਾਰ ਦੀਆਂ ਬੰਨੀਆਂ ਸਿਰ ਤੇ ਰੱਖੀਆਂ ਹੋਈਆਂ, ਤੀਜਾ ਪੈਂਡਾ ਬੜਾ ਲੰਮਾ, ਤੇ ਦੱਸ ਕਿਵੇਂ ਚੱਲੇਗਾ, ਕਿਵੇਂ ਟੁਰੇਗਾ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਡੂਗਰ ਫਿਰ ਰਾਹ ਬੜਾ ਉਬੜ ਖੁੱਬੜ ਜਿਹਾ, ਪਹਾੜੀ ਰਾਹ ਨਹੀਂ ਹੁੰਦਾ, ਉਹਨੂੰ ਡੂਗਰ ਰਾਹ ਕਹਿ ਦਿੰਦੇ ਵੀ ਉਬੜ ਖੁੱਬੜ ਰਾਹ। ਕਿਤੇ ਬੈਤਰਨੀ ਨਦੀ ਆਉਣੀ ਹੈ, ਕਿਤੇ ਵੱਡੇ ਵੱਡੇ ਵਿਕਾਰਾਂ ਦੇ ਪਹਾੜ ਆਉਣੇ ਨੇ, ਕਿਵੇਂ ਲੰਘੇਗਾ ਉਹਨਾਂ ਨੂੰ। ਇੱਕ ਤਾਂ ਤੂੰ ਅੰਨਾ, ਦੂਜਾ ਭਾਰ ਪਾਪਾਂ ਦੇ ਪੰਡਾਂ ਦੀ ਸਿਰ ਤੇ ਚੁੱਕੀ ਹੋਈ ਹੈ, ਔਰ ਉਹ ਪਾਪਾਂ ਦੀ ਪੰਡ ਵੱਧਦੀ ਜਾ ਰਹੀ ਆ ਤੇਰੀ ਦਿਨ ਪ੍ਰਤੀ ਦਿਨ। ਤੇ ਕਿਵੇਂ ਚੱਲੇਗਾ ਸੱਜਣਾ, ਕਿਵੇਂ ਟੁਰੇਗਾ ਉਸ ਰਾਹ ਤੇ। ਤੇ ਫਿਰ ਉਹ ਪੈਂਡਾ ਵੀ ਬੜਾ ਲੰਮਾ ਹੈ। ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ। ਉੱਥੇ ਅੱਖਾਂ ਚਾਹੇਗਾ ਵੀ ਮੈਨੂੰ ਗਿਆਨ ਦੀਆਂ ਅੱਖਾਂ ਮਿਲ ਜਾਣ, ਪਰ ਨਹੀਂ ਮਿਲਣੀਆਂ। ਤੇ ਫਿਰ ਕਿਵੇਂ ਚੜ ਕੇ ਲੰਘੇਗਾ, ਕਿਵੇਂ ਪਾਰ ਉਤਰੇਗਾ ਉਸ ਰਸਤੇ ਤੋਂ, ਬੈਤਰਨੀ ਨਦੀ ਤੋਂ। ਉਹ ਪੂੰ ਦੇ ਭਰੇ ਹੋਏ ਜਿਹੜੇ ਨਦੀਆਂ ਦੇ ਵਹਾਅ ਵਹਿੰਦੇ ਨੇ ਜਿੱਥੇ, ਉੱਥੋਂ ਕਿਵੇਂ ਪਾਰ ਲੰਘੇਗਾ। ਉਹਦੇ ਲਈ ਅੱਖਾਂ ਚਾਹੀਦੀਆਂ ਨੇ ਗਿਆਨ ਦੀਆਂ। ਜਿਨ੍ਹਾਂ ਗਿਆਨ ਦੀਆਂ ਅੱਖਾਂ ਦੁਆਰਾ ਉਸ ਰਸਤੇ ਤੋਂ ਤੂੰ ਲੰਘ ਕੇ ਪਾਰ ਜਾ ਸਕਦਾ। ਹੋਰ ਕੋਈ ਉੱਥੇ ਕੰਮ ਨਹੀਂ, ਕਿਸੇ ਤਰ੍ਹਾਂ ਦੀਆਂ ਚਤਰਾਈਆਂ ਕੰਮ ਨਹੀਂ ਆਉਣੀਆਂ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪਾ ਕਿਤ। ਕਹਿੰਦੇ ਨਾ ਉੱਥੇ ਕੋਈ ਚਾਕਰੀਆਂ ਚੱਲਣੀਆਂ ਨੇ, ਆ ਨੌਕਰ ਚਾਕਰ ਜਿਹੜੇ ਨੇ ਇਹਨਾਂ ਨੇ ਨਾਲ ਨਹੀਂ ਨਿਭਣਾ ਵੀ ਚੱਲ ਇਹਨਾਂ ਦੇ ਸਿਰ ਤੇ ਭਾਰ ਚੁਕਾ ਦੇ। ਤੇ ਫਿਰ ਆਖੇ ਜੀ ਮੈਂ ਤਾਂ ਚੰਗਿਆਈਆਂ ਵੀ ਕੀਤੀਆਂ, ਜੇ ਬੰਦੇ ਮਾਰੇ ਨੇ ਉਹਨਾਂ ਨੂੰ ਰੋਟੀ ਵੀ ਖਵਾਉਂਦਾ ਰਿਹਾ। ਵੀ ਪਹਿਲਾਂ ਰਾਤ ਨੂੰ ਰੋਟੀ ਵੀ ਤੇ ਖਵਾਉਂਦਾ ਸੀ, ਬਾਅਦ ਚ ਮਾਰਦਾ ਸੀ ਉਹਨਾਂ ਨੂੰ। ਤੇ ਜੇ ਉਹਨਾਂ ਨੂੰ ਮਾਰਨ ਦਾ ਮੈਨੂੰ ਦੰਡ ਮਿਲ ਰਿਹਾ, ਤੇ ਫਿਰ ਉਹਨਾਂ ਨੂੰ ਰੋਟੀ ਖਵਾਉਣ ਦਾ ਫਲ ਵੀ ਮਿਲਣਾ ਚਾਹੀਦਾ। ਫਿਰ ਤਾਂ ਤੂੰ ਉਹ ਵੀ ਕਹੇਗਾ ਨਾ ਵੀ ਇਹ ਤਾਂ ਮੈਂ ਚੰਗਿਆਈਆਂ ਕੀਤੀਆਂ। ਫਿਰ ਇਹ ਚੰਗਿਆਈਆਂ ਜਿਹੜੀਆਂ ਤੂੰ ਕਹਿਣਾ ਨਾ ਵੀ ਮੈਂ ਕਰ ਰਿਹਾ, ਇਹ ਵੀ ਉੱਥੇ ਕੰਮ ਨਹੀਂ ਆਉਣੀਆਂ, ਕਿਉਂਕਿ ਉੱਥੇ ਸਿਆਣਪਾਂ ਨਹੀਂ ਚੱਲਦੀਆਂ, ਚਤਰਾਈਆਂ ਨਹੀਂ ਚੱਲਦੀਆਂ। ਉਹਨਾਂ ਆਖਣਾ ਕਿ ਪਹਿਲਾਂ ਰੋਟੀ ਖਵਾਇਆ, ਮੁੜ ਕੇ ਗਰਦਨਾਂ ਵੱਢਦਾ ਰਿਹਾ। ਕਸਾਈ ਬੱਕਰੇ ਨੂੰ ਪਹਿਲਾਂ ਚੰਗੀ ਤਰ੍ਹਾਂ ਰਜਾ ਲੈਂਦਾ ਹੈ, ਫਿਰ ਵੱਢ ਦੇਵੇ, ਤੇ ਫਿਰ ਉਹਦੀ ਰੋਟੀ ਖਵਾਈ ਦਾ ਪੁੰਨ ਮਿਲਣਾ ਉਹਨੂੰ। ਕਹਾ ਜਾ ਉਹਨੂੰ ਮਾਰ ਦੇਣ ਦਾ ਪਾਪ ਕਰਮ ਜਿਹੜਾ ਕਮਾਇਆ ਉਹ ਫਲ ਮਿਲਣਾ। ਫਿਰ ਪੁੰਨ ਤਾਂ ਨਹੀਂ ਨਾ ਕੀਤਾ, ਮਾਰਨ ਵਾਸਤੇ ਖਵਾਇਆ, ਮਨਸਾ ਮਾੜੀ ਸੀ ਨਾ। ਉੱਥੇ ਫਿਰ ਇਹ ਤੇੜੀਆਂ ਚਤਰਾਈਆਂ ਤੇ ਸਿਆਣਪਾਂ ਕੰਮ ਨਹੀਂ ਆਉਣੀਆਂ। ਅਵਰ ਸਿਆਣਪ ਕਿਤ, ਹੋਰ ਜਿਹੜੀਆਂ ਸਿਆਣਪਾਂ ਨੇ ਤੇਰੀਆਂ ਕਿਤੇ ਰਹਿ ਜਾਣੀਆਂ ਹਨ। ਸੱਜਣ ਚਰਨਾਂ ਤੇ ਢਹਿ ਕੇ ਮਹਾਰਾਜ ਜੀ ਨੂੰ ਕਹਿੰਦਾ, ਸੱਜਣ ਠੱਗ। ਮਹਾਰਾਜ ਗੁਰੂ ਸਾਹਿਬ ਦੇ ਜਦੋਂ ਇਹ ਬਚਨ ਅਣੀਆਂ ਵਾਂਗੂ, ਅਣਿਆਲੇ ਤੀਰਾਂ ਵਾਂਗੂ ਹਿਰਦੇ 'ਚ ਵੱਜੇ ਨਾ, ਸੱਜਣ ਨੂੰ ਸਾਰੇ ਪਾਪ ਕਰਮ ਜਿਹੜੇ ਕੀਤੇ ਹੋਏ ਸਾਹਮਣੇ ਦਿਸ ਪਏ, ਔਰ ਹਿਰਦਾ ਕੰਬ ਉੱਠਿਆ। ਚਰਨਾਂ ਤੇ ਢਹਿ ਕੇ ਘੁੱਟ ਕੇ ਚਰਨ ਫੜ ਕੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਮੈਂ ਇਹਨਾਂ ਮਾੜੇ ਤੇ ਭੈੜੇ ਕਰਮਾਂ ਤੋਂ ਕਿਵੇਂ ਛੁੱਟਾਂ, ਇਹਨਾਂ ਕਰਮਾਂ ਤੋਂ ਮੇਰੀ ਕਿਵੇਂ ਬੰਦ ਖਲਾਸੀ ਹੋਵੇ, ਜੰਮਾਂ ਤੋਂ ਮੈਂ ਕਿਵੇਂ ਮੁਕਤ ਹੋਵਾਂ। ਕੀ ਹੁਣ ਮੇਰਾ ਕੁਝ ਬਣ ਸਕਦਾ? ਮਹਾਰਾਜ ਜੀ ਕਹਿੰਦੇ, ਹਾਂ ਸੱਜਣ ਸੁਣ, ਜੇ ਤੂੰ ਆਹ ਕੰਮ ਕਰ ਲਵੇਂ। ਹਾਂਜੀ, ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟੈ ਜਿਤ। ਹਾਲੇ ਵੀ ਸਮਝ ਜਾ, ਜੇ ਤੂੰ ਪਰਮੇਸ਼ਰ ਦਾ ਨਾਮ ਸੰਭਾਲ ਲਵੇਂ ਤੇ ਬੰਨਿਆ ਹੋਇਆ ਛੁੱਟ ਸਕਦਾ, ਹੋਰ ਕੋਈ ਤਰੀਕਾ ਨਹੀਂ। ਹੋਰ ਸਿਆਣਪਾਂ ਚਤਰਾਈਆਂ ਕੰਮ ਨਹੀਂ ਕਰਦੀਆਂ।
ਇਹੀ ਇੱਕ ਰਸਤਾ ਹੈ ਕਿ ਜੇ ਤੂੰ ਪਰਮੇਸ਼ਰ ਦਾ ਨਾਮ ਸੰਭਾਲੇ, ਜਪੇ, ਧਿਆਵੇਂ, ਅਰਾਧੇ, ਤਾਂ ਤੂੰ ਬੰਨਿਆ ਹੋਇਆ ਛੁੱਟ ਸਕਦਾ। ਤੂੰ ਬੱਧਾ ਛੁੱਟ ਹੈ ਜਿੱਤ, ਜਿਸ ਦੁਆਰਾ ਤੂੰ ਬੰਨਿਆ ਛੁੱਟ ਸਕਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।